ਧੰਨ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਦੋਇ ਕਰ ਜੋੜ ਮੰਗੂ ਇਕ ਦਾਨਾ, ਸਾਹਿਬ ਤੁਠੈ ਪਾਵਾਂ। ਸਾਸ ਸਾਸ ਨਾਨਕ ਅਰਾਧੇ, ਆਠ ਪਹਿਰ ਗੁਣ ਗਾਵਾਂ। ਧਨੀ ਵਿਹੂਣਾ ਪਾਟ ਪਟੰਬਰ, ਪਾਹੀ ਸੇਤੀ ਜਾਲੇ। ਧੂੜੀ ਵਿੱਚ ਲੋੜੰਦੜੀ ਸੋਹਾ, ਨਾਨਕ ਤੈ ਸਹਿ ਨਾਲੇ। ਡੰਡੋਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਵਾਲੀਏ ਕੁਲ ਆਲਮ, ਮੁਜਸਮੇ ਆਬੇ ਹਯਾਤ, ਬਾਣੀ ਦੇ ਬੋਹਿਤ ਸਰਵਰੇ ਕਾਇਨਾਤ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਐਤਵਾਰ ਦੇ ਦੀਵਾਨਾਂ ਦੇ ਵਿੱਚ ਗੁਰਦੁਆਰਾ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਬੂੰਦੀ ਵਿਖੇ ਜੁੜ ਬੈਠੇ ਸਤਸੰਗੀ ਜਨੋ ਆਓ। ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਸ਼ਬਦ ਬੇਟਾ ਉੱਪਰ ਚਲਾ ਦੋ। ਧਨੀ ਵੀ ਹੋਣਾ ਪਾਠ ਪਟੰਬਰ, ਬਸ ਉਹ ਸ਼ਲੋਕ ਤੁਸੀਂ ਨਾ ਉੱਪਰ ਰੱਖ ਦਿਓ ਬਸ। ਇਸ ਵਾਰ ਦਾਸ ਨੇ ਯੂਰਪ ਦੇ ਟੂਰ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰੀ ਹੋਈ ਬਾਣੀ, ਜਿਸ ਦਾ ਸਿਰਲੇਖ ਹੈ ਸ਼ਲੋਕ 12 ਤੇ ਵਧੀਕ। ਉਸ ਤੋਂ ਪਹਿਲਾਂ ਸ਼ਲੋਕ ਆਉਂਦੇ ਹਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ, ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਔਰ ਧੰਨ ਧੰਨ ਗੁਰੂ ਅਰਜਨ ਦੇਵ ਜੀ। ਇਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦੇ 22 ਸ਼ਲੋਕ ਹਨ ਕੁੱਲ, ਔਰ ਇਹ ਦੂਸਰਾ ਸ਼ਲੋਕ ਹੈ। ਸ਼ਲੋਕ ਮੈਂ ਇੱਕ ਵਾਰ ਫਿਰ ਆਪ ਜੀ ਨਾਲ ਸਾਂਝਾ ਕਰਦਿਆਂ। ਧਨੀ ਵਿਹੂਣਾ ਪਾਟ ਪਟੰਬਰ, ਪਾਹੀ ਸੇਤੀ ਜਾਲੇ। ਧੂੜੀ ਵਿੱਚ ਲੋੜੰਦੜੀ ਸੋਹਾ, ਨਾਨਕ ਤੈ ਸਹਿ ਨਾਲੇ। ਅਰਥ ਪਹਿਲਾਂ ਆਪਾਂ ਇਹਦੇ ਕਰ ਲਈਏ। ਧਨੀ ਵਿਹੂਣਾ, ਜਿਹੜਾ ਆਪਣੇ ਖਸਮ ਤੋਂ ਟੁੱਟਿਆ ਹੋਇਆ ਹੈ। ਖਸਮ ਦਾ ਅਖਰੀ ਅਰਥ ਪਰਿਪੂਰਨ ਪਰਮਾਤਮਾ, ਜਿਸ ਦੇ ਉੱਪਰ ਪਰਿਪੂਰਨ ਪਰਮਾਤਮਾ ਦੀ ਬਖਸ਼ਿਸ਼ ਨਹੀਂ ਹੈ। ਦੂਸਰੇ ਅਰਥ
ਧਨੀ ਵਿਹੂਣਾ ਦੇ। ਤੀਸਰੇ ਅਰਥ, ਜਿਹਦੇ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਨਹੀਂ ਹੋਇਆ, ਕਿਉਂਕਿ ਇਹ ਤਿੰਨੋਂ ਹੀ ਗੱਲਾਂ ਜਿਹੜੀਆਂ ਆਪਸ ਵਿੱਚ ਮਿਲਦੀਆਂ, ਖਸਮ ਤੋਂ ਟੁੱਟਿਆ ਹੋਣਾ, ਖਸਮ ਦੀ ਬਖਸ਼ਿਸ਼ ਤੋਂ ਬਿਨਾਂ, ਤੇ ਖਸਮ ਦਾ ਜਿਹੜਾ ਦਿੱਤਾ ਹੋਇਆ ਨਾਮ ਹੈ ਉਹਦਾ ਹਿਰਦੇ ਦੇ ਵਿੱਚ ਨਾ ਵਸਣਾ। ਧਨੀ ਵਿਹੂਣਾ। ਪਾਟ ਪਟੰਬਰ। ਪਾਟ ਪਟੰਬਰ ਦਾ ਆਖਰੀ ਅਰਥ ਹੈ ਸ਼ਿੰਗਾਰ ਕੀਤੇ ਹੋਏ ਆ। ਪੱਟ ਦਾ ਆਖਰੀ ਅਰਥ ਹੈ ਪੱਟ ਅੰਬਰ। ਪੱਟ ਦਾ ਆਖਰੀ ਅਰਥ ਹੈ ਰੇਸ਼ਮ ਦਾ ਕੱਪੜਾ। ਆ ਜਿਹੜੇ ਸ਼ਿੰਗਾਰ ਕੀਤੇ ਹੋਏ ਆ। ਧਨੀ ਵਿਹੂਣਾ, ਪਾਟ ਪਟੰਬਰ, ਸ਼ਿੰਗਾਰ ਕੀਤੇ ਹੋਏ ਆ। ਲੇਕਿਨ ਮਹਾਰਾਜ ਕਹਿੰਦੇ ਭਾਹੀ ਸੇਤੀ ਜਾਲੇ, ਤੇਰੇ ਸ਼ਿੰਗਾਰ ਇੱਦਾਂ ਹਨ ਜਿੱਦਾਂ ਤੂੰ ਅੱਗ ਵਿੱਚ ਸੜ ਰਿਹਾ ਹੈ, ਜੇ ਤੇਰੇ ਕੋਲ ਖਸਮ ਨਹੀਂ ਹੈ ਤੇ, ਜੇ ਤੂੰ ਖਸਮ ਤੋਂ ਟੁੱਟਿਆ ਹੋਇਆ। ਸ਼ਲੋਕ ਸ਼ਾਇਦ ਚਲਾਤਾ ਹੋਇਆ। ਹਾਂਜੀ। ਧਨੀ ਵਿਹੂਣਾ, ਪਾਟ ਪਟੰਬਰ, ਭਾਹੀ ਸੇਤੀ ਜਾਲੇ। ਹੁਣ ਦੂਸਰੀ ਪੰਕਤੀ ਹੈ, ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ। ਨਾਨਕ ਤੈ ਸਹਿ ਨਾਲੇ ਦੇ ਅਰਥ ਸ਼ੁਰੂ ਕਰਾਂਗੇ। ਜੇਕਰ ਪਰਿਪੂਰਨ ਪਰਮਾਤਮਾ ਨਾਲ ਹੈ, ਉਹ ਸਾਡੇ ਅੰਗ ਸੰਗ ਹੈ, ਖਸਮ ਸਾਡਾ ਸਾਡੇ ਨਾਲ ਹੈ, ਤੇ ਫਿਰ ਚਾਹੇ ਮੈਂ ਪਾਟੇ ਹੋਏ ਲੀੜੇ ਵੀ ਪਾਏ ਹੋਏ ਹਨ, ਫਿਰ ਵੀ ਮੈਂ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹਾਂ। ਇਹ ਇਸ ਸ਼ਲੋਕ ਦੇ ਅਰਥ। ਅੱਜ ਸਾਡਾ ਬਹੁਤਾ ਸਮਾਜ, ਆਪਾਂ ਸ਼ੁਰੂ ਕਰਾਂਗੇ ਪਾਟ ਪਟੰਬਰ, ਜਿਹੜਾ ਵਿਚਕਾਰਲੇ ਦੋ ਅੱਖਰ ਹੈ। ਅਸੀਂ ਇੱਕ ਬਾਹਰੀ ਸ਼ਿੰਗਾਰ ਦੇ ਵਿੱਚ ਪਏ ਹੋਏ ਹਾਂ। ਦੋ ਕਿਸਮ ਦੇ ਸ਼ਿੰਗਾਰ ਕਰਦੇ ਅਸੀਂ। ਇੱਕ ਸ਼ਿੰਗਾਰ ਉਹ ਹੈ ਜਿਹੜਾ ਸੰਸਾਰ ਨੂੰ ਚੰਗਾ ਲੱਗੇ। ਦੂਸਰਾ ਸ਼ਿੰਗਾਰ ਅਸੀਂ ਉਹ ਕਰਦੇ ਹਾਂ ਜਿਹੜਾ ਧਰਮ ਦੇ ਨਾਮ ਤੇ ਧਾਰਮਿਕ ਜਮਾਤ ਨੂੰ ਚੰਗਾ ਲੱਗੇ, ਉਹ ਸ਼ਿੰਗਾਰ। ਮਹਾਰਾਜ ਕਹਿੰਦੇ ਦੇਖੋ ਦੋਨੋਂ ਸ਼ਿੰਗਾਰ ਹੈ। ਇੱਕ ਸ਼ਿੰਗਾਰ ਹੈ ਤਨ ਨੂੰ ਢੱਕਣ ਵਾਸਤੇ, ਦੂਸਰਾ ਸ਼ਿੰਗਾਰ ਹੈ ਆਤਮਾ ਨੂੰ ਢੱਕਣ ਵਾਸਤੇ, ਜਿਹਨੂੰ ਮਹਾਰਾਜ ਕਹਿੰਦੇ ਕਰਮੀ ਆਵੇ ਕੱਪੜਾ, ਨਦਰੀ ਮੋਖ, ਉਹ ਬਖਸ਼ਿਸ਼ ਵਾਲਾ ਕੱਪੜਾ ਮਹਾਰਾਜ ਕਹਿੰਦੇ। ਫਿਰ ਇਸ ਕੱਪੜੇ ਨਾਲ ਤੂੰ ਕਦੀ ਵੀ, ਮਹਾਰਾਜ ਕਹਿੰਦੇ, ਇਸ ਲੋਕ ਤੋਂ ਲੈ ਕੇ ਪਰਲੋਕ ਤੱਕ ਤੂੰ ਕਦੀ ਨੰਗਿਆ ਨਹੀਂ ਹੋਵੇਂਗਾ। ਜਿਹੜਾ ਤੇਰੇ ਬਾਹਰਲਾ ਸ਼ਿੰਗਾਰ ਹੈ ਤਨ ਦਾ, ਉਹ ਤਾਂ ਇੱਥੇ ਰਹਿ ਜਾਣਾ। ਚਲੋ ਆਪਾਂ ਸ਼ੁਰੂ ਕਰੀਏ। ਮਹਾਰਾਜ ਪਹਿਲਾਂ ਆਪਾਂ ਧਾਰਮਿਕ ਲਿਬਾਸ ਦੀ ਗੱਲ ਕਰਦੇ ਹਾਂ। ਧਾਰਮਿਕ ਲਿਬਾਸ ਦੇ ਵਿੱਚ ਇੱਕ ਅਸੀਂ ਬਚਨ ਪੜ੍ਹਦੇ ਹਾਂ, ਪੜ੍ਹ ਪੁਸਤਕ ਸੰਧਿਆ ਬਾਦੰਗ ਆਸਾ ਕੀ ਵਾਰ, ਸਿਲ ਪੂਜਸ ਬਗਲ ਸਮਾਦੰਗ, ਮੁਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ। ਅੱਗੇ ਹੁਣ ਸ਼ਿੰਗਾਰ ਸ਼ੁਰੂ ਹੋਣ ਲੱਗਾ। ਗਲ ਮਾਲਾ, ਗਲੇ 'ਚ ਮਾਲਾਵਾਂ ਪਾਈਆਂ ਹੋਈਆਂ, ਗਲ ਮਾਲਾ, ਤਿਲਕ ਲਿਲਾਟੰਗ, ਮੱਥੇ ਤੇ ਟਿੱਕਾ ਲਾਇਆ, ਦੋਏ ਧੋਤੀ ਬਸਤਰ ਕਪਾਟੰਗ। ਮਹਾਰਾਜ ਕਹਿੰਦੇ ਜੇ ਜਾਨਸ ਬ੍ਰਹਮੰ ਕਰਮੰਗ, ਜੇ ਇਸ ਲਿਬਾਸ ਦੇ ਨਾਲ ਤੂੰ ਇਹ ਕਹਿਣਾ ਕਿ ਮੈਂ ਪਰਮਾਤਮਾ ਦੇ ਘਰ ਵਿੱਚ ਪਹੁੰਚ ਜਾਵੇਂਗਾ, ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਮਨ ਦਾ ਬੜਾ ਵੱਡਾ ਭੁਲੇਖਾ ਪਿਆ ਹੋਇਆ, ਬੜਾ ਵੱਡਾ ਭੁਲੇਖਾ ਪਿਆ ਹੋਇਆ। ਜੇ ਜਾਨਸ ਬ੍ਰਹਮੰ ਕਰਮੰਗ, ਤੇ ਮਹਾਰਾਜ ਫਿਰ ਜਵਾਬ ਦਿੰਦੇ ਆ ਸਭ ਫੋਕਟ ਨਿਸ਼ਚਉ ਕਰਮੰਗ। ਇਹ ਤੂੰ ਜੋ ਕੁਛ ਵੀ ਕਰ ਰਿਹਾ ਨਾ, ਮਹਾਰਾਜ ਕਹਿੰਦੇ ਧਰਮ ਦੇ ਨਾਂ ਦੇ ਉੱਪਰ ਤੂੰ ਇੱਕ ਪਖੰਡ ਕਰ ਰਿਹਾ। ਇੱਕ ਹੋਰ ਬਚਨ ਲੈ ਲਈਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਗੁਰੂ ਮਹਾਰਾਜ ਕਹਿੰਦੇ ਐ ਤੂੰ ਪੱਥਰਾਂ ਨੂੰ ਮੱਥਾ ਵੀ ਟੇਕਦਾ, ਤੂੰ ਦਿਸ਼ਾਵਾਂ ਦੇ ਵੱਲ ਵੀ ਜਾਣਾ, ਕਦੀ ਇਸ ਦਿਸ਼ਾ ਨੂੰ ਕਦੀ ਉਸ ਦਿਸ਼ਾ ਨੂੰ ਮੱਥੇ ਟੇਕਦਾ। ਤੇ ਮਹਾਰਾਜ ਕਹਿੰਦੇ ਆ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਨਹੀਂ। ਮਹਾਰਾਜ ਕਹਿੰਦੇ ਤੂੰ ਕਹਿੰਦੇ ਬਾਹਰਲੀ ਕਰਮਾਂ ਦੇ ਵਿੱਚ ਤੂੰ ਫਸਿਆ ਹੋਇਆ। ਇੱਕ ਹੋਰ ਲੈ ਲਈਏ ਪ੍ਰਮਾਣ। ਗਲੇ ਜਿਨਾ ਜਪ ਮਾਲੀਆਂ, ਲੋਟੇ ਹੱਥ ਨਿਪੱਗ। ਮਹਾਰਾਜ ਕਲੀਅਰ ਕਰ, ਦੇਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਹਾਰਾਜ ਨੇ ਸੰਤ ਦੇ ਨਾਮ ਤੇ ਪੋਜ਼ਿਟਿਵਿਟੀ ਵੀ ਹੈ, ਤੇ ਜਿਹੜੇ ਫਿਰ ਪਖੰਡ ਵਿੱਚ ਕਰਦੇ ਆ ਮਹਾਰਾਜ ਨੇ ਉਹਨਾਂ ਨੂੰ ਸ਼ਰੇਆਮ ਕਿਹਾ। ਮਹਾਰਾਜ ਨੇ ਇਹ ਵੀ ਕਿਹਾ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ। ਇਹ ਮਹਾਰਾਜ ਦਾ ਬਚਨ ਹੈ ਜੀ। ਉਹ ਮਹਾਰਾਜ ਕਹਿੰਦੇ ਉਹ ਸੰਤ ਹੈਗਾ ਵੈ, ਜਿਹੜਾ ਬਾਣੀ ਪੜ੍ਹਦਾ ਹੈਗਾ। ਮਹਾਰਾਜ ਕਹਿੰਦੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਮਹਾਰਾਜ ਨੇ ਇੱਥੋਂ ਤੱਕ ਵੀ ਕਿਹਾ ਸੰਤ ਅਨੰਤੇ ਅੰਤਰ ਨਾਹੀ। ਸੰਤ ਤੇ ਅਨੰਤ, ਉਹ ਜਿਹੜਾ ਪਰਮਾਤਮਾ ਜਿਹਦਾ ਅੰਤ ਨਹੀਂ ਪਾ ਸਕਦੇ, ਮਹਾਰਾਜ ਕਹਿੰਦੇ ਉਹਦੇ ਵਿੱਚ ਕੋਈ
फर्क नहीं। तो गुरु तेग बहादुर जी के नाम ते आप जी का यह अस्थान है। तो गुरु तेग बहादुर जी महाराज नूं पुछ लीए महाराज कहते जो प्राणी निस दिन भजे, संत की परिभाषा जन की परिभाषा दे रहा है, जो प्राणी निस दिन भजे रूप राम ते जान, हर जन हर अंतर नहीं नानक साची। ते सच मैं मोहर ला के दे रहा। तो जे असी गुरु तेग बहादुर जी महाराज ते विश्वास ना करिए, गुरु तेग बहादुर जी महाराज के जीवन चो ना एक छोटी जी एक झलक लै लईए आपां। गुरु हरगोबिंद साहब जी का दरबार लगा तो उत्थे सारे ही गुरु हरगोबिंद साहब जी के साहिबजादे आउंदे आ ते बाबा अटल राय चढ़ाई कर चुके हैं। ये गल का ख्याल करो। इत्थे इसका मतलब गुरु तेग बहादुर जी की उम्र 7 साल तो उपर हो चुकी है। तो संगतां ने आके पूछया गुरु साहिब नूं, गुरु हरगोबिंद साहब जी नूं, कहंदे महाराज तुहाडे सारे पुत्तर आउंदे आ, साहिबजादे आउंदे आ, सारियां दे चेहरे दे उपर गलबात करदे आ, खेड़ा है, लेकिन जदों भी असीं तेग बहादुर नूं देखदे आ ये चुपचाप रहिंदे आ, गल की है? ये चुपचाप रहिंदी है, गल की है? किसी नाल बोलदे नहीं। और जदों संगत विच आउंदे आ अगे नहीं बैठते, पिछों बैठ के चले जाती है, नीवी पा के बैठती है, नीवी पा के बाहर चले जाती है, गल की है? तो गुरु हरगोबिंद साहब जी ने कहा भी हुण इहदा जवाब तो तेग बहादुर ही दऊगा, मैं नहीं इहदा जवाब दे सकता। आपां सवेरे आउणा, उन्होंने संगत विच सवेरे उन्होंने आपां पुछ लांगे। सवेरे फिर दीवान लग्या गुरु तेग बहादुर जी महाराज, चलो हले गुरता गद्दी ते विराजमान नहीं होए पर आपां गुरु तेग बहादुर ही कहांगे उन्हां दा नाम। तेग बहादुर जी आए हैं, गुरु तेग बहादुर जी बैठे आ। महाराज ने आवाज़ मारी, कहते तेग बहादुर पुत्र संगत दे कोई सवाल हैं? कहते महाराज पिता जी, पिता गुरु जी हुक्म करो, पिता गुरु जी हुक्म करो। कहते भी संगत कहती है एक ते तू नीवी पा के बैठ जाना, दूसरा तू किसे नाल बोलदा नहीं, गल की है, कारण की है? गुरु तेग बहादुर जी कहते कहते महाराज मेरे अंदर औगन ही इतने हैं, मेरी औकात की है, मैं तुहाडे रूहानियत भरे दर चेहरे दे उपर अपनियां अखां गड्ड के तुहाडे दर्शन करा। देखो जिन्हों महाराज कहते हम अवगुण भरे एक गुण नाही, जेता समुंद सागर नीर भरिया तेते औगन, हमारे सिखा अरदास कर दया करो किछ मेहर अपावो डुबदे पत्थर। कहते महाराज मैं औगणा दे नाल भरिया होया, मेरी की औकात है तुहाडा रूहानियत दा चेहरा मैं इन्हां औगन भरियां अखां ना देखा। दूसरी महाराज कहते फिर संगत कहती किसी ना गलबात नहीं करता। कहते फिर उत्थे जवाब दिंदे आ भाई गुरदास जी। भाई गुरदास जी का सवाल सुनियो। भाई गुरदास जी कहते गली साध न आवी जे चरमू खाली, गली साध न आवी गल्लां दे नाल स्वाद नहीं आना रसना नूं, जिचर मूँह खाली। फिर अगे कहते मूँह भरिया क्यों बोली है रस जीभ रसाली। कहते जेदा मूँह भरिया होवे ना ते रस आ रहा होवे। हुण साडे घर आपां सारे पिंडां दे रहण वाले हैं, है ना, जेकर आपां लंगर छकदे होईए बुरकी साडे मूँह च होवे सब्जी नाल भर के, कोई सानू बाहरों आवाज़ मारे तो असीं उहनूं जवाब नहीं देवांगे, क्योंकि असीं उस बुरकी नूं चिथ रहे हैं, उहदा असीं स्वाद लै रहे हैं। भाई गुरदास जी कहते गली साधना आवी जिचर मूँह खाली, मूँह भरिया क्यों बोली है जस जित जीभ रसाली। कहते जदों मूँह भरिया तो फिर नहीं कहते बोलिया जाता। हुण मूँह किहदे नाल भरिया? गुरु तेग बहादुर जी का। गुरु तेग बहादुर जी का मूँह भरिया साचा नाम मेरा आधारो, साच नाम आधार मेरा, जिन भुखा सब गवाइयां। भाई बाबा कबीर जी कहते संत मिले किछ सुनिए कहिए, मिले असंत किहदे नाल? कहते मैं गल्लां करनियां संत मिले किछ सुनिए कहिए। जेकर कोई बाणी दे नाल रत्ती रूह आ जावे ना, उहदे नाल विचार साझे कर, बहुते ते समा ही पास करन वास्ते आउंदे। ते मैं बेनती करां साडे ना इलाके दे विच जिथे दास रहिंदा उत्थे ना लागे आ रामपुर खेड़ा। उत्थों रामपुर खेड़े के महापुरुष होए आ संत बाबा हरनाम सिंह जी रामपुर खेड़े वाले, शायद आप जी ने नाम सुनिया होवे। उन्हां दे कोल कोई अमृत वेले मेरे वर्गा मूर्ख चला गया, आखे बाबा जी तुहाडे नाल गल्लां करनियां। कहंदा जे ते पुत्र रब दीयां गल्लां करनियां ते अंदर आ जा, जे परिवार दीयां गल्लां करनियां ते कोई होर लभ लै। संत मिले किछ सुनिए कहिए, मिले असंत
मस्ट कर रही है मिले असंत। जेड़ा गुरमत तो टुटिया होया इसे नूं महाराज कहंदे है साकत संग ना कीजिए दूरे जाइए भाग। इदां दे बंदियां नाल कहंदे गलबात ना करो, क्योंकि सीधी जी गल जी इदां दे बंदियां दे नाल गल्लां करन दे नाल तुहाडे अंदर दी जिहड़ी बिरती आ वो खिंड जांदी है। महाराज कहंदे साकत संग ना कीजिए दूरे जाइए भाग। बासन कारो परसिए तो किछ लागै दाग। जिद्दां एक काले भांडे दे नाल सारा दिन काम करिए ना, तुसी जिन्ना मर्जी बच के काम करो वो तुहाडे शरीर ते दाग ला ही दिंदा। मैं बेनती कर रहा सी गुरु तेग बहादुर जी महाराज उन्होंने जवाब दिता, कहंदे पिता जी मैं औगना दा भरिया होया, मैं तुहाडे अपनियां निगाह नूं तुहाडे रूहानियत दे चेहरे ते किद्दां टकावां। दूसरा तुसी कहा कि किसे नाल बोलदा नहीं, उत्थे फिर धन धन गुरु अमरदास जी कहंदे साचा नाम मेरा आधारो, साच नाम आधार मेरा जिन भुखा सब। ते मैं एक बेनती करा जिदन साडी भी अवस्था किते ये बन गई ना, असी भी उदन स्टेजां छड्ड देणियां। साचा नाम मेरा आधारो, साच नाम आधार मेरा जिन भुखा सब गवाइयां। महाराज कहंदे संत मिले किछ सुनिए कहिए मिले असंत मस्ट कर रही है। जेकर कोई बाणी दे नाल रत्ती रूह आउंदी है ना, ਉਹਦੇ ਨਾਲ ਗੱਲ ਕਰਨ ਦਾ ਜਿਹੜਾ ਪਾਰ ਉਤਾਰਾ ਹੋਏਗਾ। ਜੇ ਕੋਈ ਸਾਕਤ ਆ ਗਿਆ ਤੇ ਮਹਾਰਾਜ ਕਹਿੰਦੇ ਉਹ ਤੇਰੇ ਅੰਦਰ ਦੀ ਜਿਹੜੀ ਬਿਰਤੀ ਹੈ ਉਹਨੂੰ ਖਿੰਡਾ ਦੇਵੇਗਾ। ਮੈਂ ਬੇਨਤੀ ਕਰ ਰਿਹਾ ਸੀ ਧਨੀ ਵਿਹੂਣਾ ਪਾਟ ਪਟੰਬਰ, ਮੈਂ ਬੇਨਤੀ ਕਰ ਰਿਹਾ ਸੀਗਾ ਗਲੇ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਪੱਗ ਓਏ ਹਰ ਕੇ ਸੰਤ ਨਾ ਆਖੀਐ ਬਾ ਨਾਰਸ ਕੇ। ਇਹਨਾਂ ਨੇ ਸਿਰਫ ਬਾਹਰੀ ਪਹਿਰਾਵਾ ਪਾਇਆ ਹੋਇਆ, परंतु जदों इन्हां दा अंदर देखदे आ ना ते ये ठग हन। महाराज कहंदे अखी तां मीटे नाक पकड़े ठगन कहू संसार। अखी तां मीटे, अखां बंद करके बैठणगे। एक मैं तुहानूं साखी नाल सांझी पावां। भाई गुरदास जी वैसे वार है पूरी लैनी नहीं, मैं उहदा निचोड़ लैना। एक ना बगला चिट्टे कपड़ियां वाला आके समुंदर दे किनारे बैठ गया ते उन्हें की कीता जी एक लत्त दे सहारे एक लत्त चक लई ते अखां बंद करके ते वो दरिया वाल जां समुंदर वाल देखण लग पिया। हुण निका निका पूंग आया मच्छियां ते मच्छियां ने आके देखिया भी बाबा जी दियां ते अखां बड़ियां बंद है ते भगती बड़ी करदे आ, बंदगी बड़ी करदे आ। फिर होर देखिया कहंदे कमाल दी गल एक लत्त दे सहारे ते जाके अपनी मां नूं दस्सिया मां ਉਹ किनारे ते बड़ा वड्डा साध आया, अखां बंद कीतियां चिट्टे कपड़े पाए एक लत्त दे सहारे बंदगी करदा। मां चल, मां कहंदी पुत ओदे कोल ना जावी, मां तू झल्ली आ ते बंदगी बड़ी करदा। कहंदी ना पुत धीए ओदे कोल ना जावी। बच्चे किते मनदे गल मां बाप दी। बच्चे कहंदे जा मां तू झल्ली आ ते बंदगी बड़ी करदा, जाके देख तां सही। ਉਹਨੂੰ ਜਾ ਕੇ ਪੁੱਛਿਆ ਕਹਿੰਦੇ ਮਹਾਂਪੁਰਸ਼ੋ ਸੁਣਾਓ। ਕਹਿੰਦੇ ਮੈਨੂੰ ਇਹ ਲੱਗ ਰਿਹਾ ਆਉਣ ਵਾਲਾ ਸਮਾਂ ਕਿ ਇਸ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਪਾਣੀ ਘਟ ਜਾਣਾ ਤੇ ਤੁਹਾਡੀ ਮੌਤ ਹੋ ਜਾਣੀ ਹੈ। ਕਹਿੰਦੇ ਫੇਰ ਕਹਿੰਦੇ ਮੈਂ ਤਾਂ ਆਇਆ ਤੁਹਾਨੂੰ ਇੱਥੋਂ ਚੱਕ ਕੇ ਵੱਡੇ ਸਮੁੰਦਰ ਦੇ ਵਿੱਚ ਦਰਿਆ ਦੇ ਵਿੱਚ ਲੈ ਜਾਵਾਂ ਤਾਂ ਜੋ ਮੈਂ ਤੁਹਾਨੂੰ ਉੱਥੇ ਤੁਸੀਂ ਆਪਣੀ ਜ਼ਿੰਦਗੀ ਬਸਰ ਕਰ ਸਕੋ। ਉਹਨੇ ਕਿਹਾ ਠੀਕ ਹੈ ਅਸੀਂ ਜਾਣ ਨੂੰ ਤਿਆਰ ਹੈ। ਉਹਨੇ ਆਪਣੀ ਚੁੰਝ ਵਿੱਚ ਪਾਏ ਤੇ ਉੜ ਗਿਆ ਜੀ। ਜਦੋਂ ਉੜ ਗਿਆ ਦਰਖਤ ਤੇ ਬੈਠੇ ਪਤਾ ਹੀ ਉਦੋਂ ਲੱਗਾ ਜਦੋਂ ਉਹਨਾਂ ਦੀਆਂ ਹੱਡੀਆਂ ਚਰੂਣ ਕੇ ਉਹਨੇ ਹੇਠਾਂ ਸੁੱਟ ਦਿੱਤੀਆਂ ਤੇ ਜਿਹੜਾ ਮਾਸ ਸੀਗਾ ਉਹ ਉਹਨੇ ਖਾ ਲਿਆ। ਇਹਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਉਜਲ ਕੇਹਾਂ ਚਿਲਕਣਾ ਕੋਟਮ ਕਾਲੜੀ ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ। महाराज कहंदे बग्गा बग्गे कपड़े तीरथ मंज वसन घुट घुट जियां खावना बग्गे ना कहियन। इन्हां ने पाट पटंबर, इन्हां ने सिर्फ एक बाहरी लिबास पाया होया। महाराज कहंदे है कामन तौ सिगार कर जां पहला कंत मनाए मत सेजे कंत ना आवी। तेरा शिंगार जिहड़ा वो सारा कहते किते बिरथा ना चला जाए। एक जीव इस्त्री नूं समझाउंदी है। जीव इस्त्री का नाम लैके महाराज कहते कामन तौ सिगार कर, हे मेरिए धीए
ਸ਼ਿੰਗਾਰ ਤਾਂ ਕਰ, ਪਹਿਲਾਂ ਦੇਖ ਵੀ ਤੇਰਾ ਕੰਤ, ਤੇਰਾ ਘਰ ਵਾਲਾ ਅੱਜ ਘਰ ਆਉਣਾ ਜਾਂ ਨਹੀਂ ਆਉਣਾ। ਹੁਣ ਇੱਥੇ ਘਰ ਵਾਲੇ ਦੇ ਅਰਥ ਅਸੀਂ ਹੋਰ ਜਦੋਂ ਅੱਗੇ ਕਰਾਂਗੇ ਨਾ, ਫਿਰ ਅਸੀਂ ਖਸਮ ਨਾਲ ਜੋੜਾਂਗੇ, ਪਰਿਪੂਰਕ ਪਰਮਾਤਮਾ ਨਾਲ ਜੋੜਾਂਗੇ। ਮਹਾਰਾਜ ਕਹਿੰਦੇ ਆ ਤੂੰ ਚਿੱਟਾ ਚੋਲਾ ਪਾ ਕੇ, ਬਾਹਰ ਦਾ ਗਾਤਰਾ ਪਾ ਕੇ ਤੇ ਆ ਕੇ ਤੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਕੋਲ ਲੋਕਾਂ ਨੂੰ ਦਿਖਾਵਾ ਕਰਦਾ। ਮਹਾਰਾਜ ਕਹਿੰਦੇ ਪਹਿਲਾਂ ਉਹਨੂੰ ਪੁੱਛ ਤਾਂ ਲੈ ਵੀ ਤੂੰ ਆਵੇਂਗਾ ਮੇਰੀ ਸੇਜਾ ਤੇ ਜਾਂ ਨਹੀਂ ਆਵੇਂਗਾ। ਮਹਾਰਾਜ ਕਹਿੰਦੇ ਕਾਮਨ ਤਉ ਸੀਗਾਰ ਕਰ, ਜਾਂ ਪਹਿਲਾਂ ਕੰਤ ਮਨਾਏ, ਮਤ ਸੇਜਹਿ ਕੰਤ ਨਾ ਆਵੀ। ਤੇਰਾ ਸ਼ਿੰਗਾਰ ਜਿਹੜਾ ਉਹ ਕਿਤੇ ਬਿਰਥਾ ਨਾ ਕਹਿੰਦੇ, ਵਿਅਰਥ ਨਾ ਕਹਿੰਦੇ ਚਲਾ ਜਾਏ। ਇੱਕ ਹੋਰ ਪ੍ਰਮਾਣ, ਲੱਖ ਸ਼ਿੰਗਾਰ ਬਣਾਇਆ, ਤੁਸੀਂ ਪੜ੍ਹਦੇ ਹੋ 12 ਮਹਾਂ ਦੇ ਵਿੱਚ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਤੇ ਮਹਾਰਾਜ ਕਹਿੰਦੇ ਜਿਤ ਦਿਨ ਦੇਹ ਬਿਨਸ ਸੀ, ਤਿਤ ਵੇਲੇ ਕੈਸਨ ਪ੍ਰੇਤ। ਹੋਣਾ ਕੀ ਹੈ, ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਨੀ ਭੇਤ, ਕਿਸੇ ਨਾ ਦੇਨੀ। ਮਹਾਰਾਜ ਕਹਿੰਦੇ ਆ 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, 16 ਕਿਸਮ ਦੇ ਤੂੰ ਸ਼ਿੰਗਾਰ ਕੀਤੇ ਆ, ਸਾਰੇ ਤੂੰ ਸ਼ਿੰਗਾਰ ਲਾਏ ਹੋਏ ਆ। ਪਰ ਮਹਾਰਾਜ ਕਹਿੰਦੇ ਐ ਜੇਕਰ ਆਵੇ ਕੰਤ ਤਾਂ ਸਭ ਕਿਛ ਪਾਈ ਐ, ਹਰ ਹਾਂ ਕੰਤੇ ਬਾਜ ਸ਼ਿੰਗਾਰ ਸਭ ਬਿਰਥਾ ਜਾਈ ਐ। ਜਿੰਨੀ ਦੇਰ ਤੇਰੀ ਹਿਰਦੇ ਦੀ ਸੇਜਾ ਤੇ, ਤੇਰੀ ਹਿਰਦੇ ਦੀ ਸੇਜਾ ਤੇ ਉਹ ਪਰਿਪੂਰਨ ਪਰਮਾਤਮਾ ਨਹੀਂ ਨਾ ਆ ਕੇ ਬੈਠਾ, ਕਿਉਂ ਨਹੀਂ ਆ ਕੇ ਬਹਿੰਦਾ? ਮਹਾਰਾਜ ਕਹਿੰਦੇ ਆ ਇਹ ਤਨ ਮਾਇਆ ਪਾਹਿਆ ਪਿਆਰੇ, ਕਿਉਂ ਨਹੀਂ ਆ ਰਿਹਾ ਉਹ? ਇਹ ਤਨ ਮਾਇਆ ਪਾਹਿਆ ਪਿਆਰੇ, ਇਹ ਸਰੀਰ ਤੇ ਜਿਹੜਾ ਮਾਇਆ ਦਾ ਰੂਪ ਬਣਾਇਆ ਹੋਇਆ। ਹੁਣ ਮਾਇਆ ਕੀ ਹੈ? ਮਾਇਆ ਦੀ ਆਪਾਂ ਪਰਿਭਾਸ਼ਾ ਲੈ ਲਈਏ। ਮਹਾਰਾਜ ਕਹਿੰਦੇ ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਜਿਉ ਬੱਧ ਹੈ, ਆ ਹੈ ਮਾਇਆ ਸਾ ਸੰਗਤ ਜੀ। ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਜਿਉ ਬੱਧ ਹੈ, ਹਉਮੈ ਕਰਮ ਕਮਾਏ। ਇੱਕ ਮੈਂ ਨਾ ਪ੍ਰਮਾਣ ਪਰਸੋਂ ਮੈਨੂੰ ਬੜਾ ਪਿਆਰਾ ਲੱਗਾ, ਮੈਂ ਪੜ੍ਹ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਚੋਂ। ਆਮ ਤੌਰ ਤੇ 3 ਰੰਗਾਂ ਦੀ ਗੱਲ ਕੀਤੀ ਮਹਾਰਾਜ ਨੇ। ਇੱਕ ਰੰਗ ਦੀ ਗੱਲ ਕੀਤੀ ਹੈ, ਮਹਾਰਾਜ ਨੇ ਕਿਹਾ ਵੀ ਸਾਨੂੰ ਨਾ ਗੂੜੇ ਰੰਗ ਪਾਉਣ ਦਾ ਬੜਾ ਸ਼ੌਂਕ ਹੈ, ਠੀਕ ਹੈ ਜੀ, ਤਨ ਢੱਕਣ ਵਾਸਤੇ। ਦੂਸਰਾ ਮਹਾਰਾਜ ਕਹਿੰਦੇ ਚਿੱਟੇ ਰੰਗ ਦੇ ਕੱਪੜੇ ਪਾਉਣ ਦਾ ਬੜਾ ਸ਼ੌਂਕ ਹੈ। ਤੀਸਰਾ ਮਹਾਰਾਜ ਕਹਿੰਦੇ ਨੀਲੇ ਰੰਗ ਦਾ ਚੋਲਾ ਪਾਉਣ ਦਾ ਬੜਾ ਸ਼ੌਂਕ ਹੈ। ਹੁਣ ਦੇਖੋ ਮਹਾਰਾਜ ਨੇ ਇਹ ਤਿੰਨੋਂ ਹੀ ਸਾਡੇ ਪਹਿਰਾਵੇ ਬਾਹਰਲੇ ਆ, ਤਿੰਨੋਂ ਸ਼ਿੰਗਾਰ ਸਾਡੇ ਬਾਹਰਲੇ ਆ, ਲੇਕਿਨ ਮਹਾਰਾਜ ਨੇ ਇਹਨਾਂ ਤਿੰਨਾਂ ਸ਼ਿੰਗਾਰਾਂ ਨੂੰ ਸਾਡੀ ਆਤਮਾ ਤੇ ਲਿਆ ਕੇ ਟੁਕਾਇਆ ਬੜੇ ਧਿਆਨ ਨਾਲ। ਰੱਤਾ ਸੇਤੀ ਮਨ ਰੱਤਾ, ਕਹਿੰਦੇ ਜੇ ਤੂੰ ਗੂੜੇ ਰੰਗ ਦੇ ਕੱਪੜੇ ਪਾਉਣਾ ਚਾਹੁੰਦਾ ਨਾ, ਜੇ ਤੂੰ ਗੂੜੇ ਰੰਗ ਦੇ ਕੱਪੜੇ ਪਾਉਣਾ ਚਾਹੁੰਦਾ ਨਾ ਤੇ ਆਪਣੇ ਮਨ ਨੂੰ ਪਰਮਾਤਮਾ ਦੇ ਰੰਗ ਵਿੱਚ ਰੱਤ ਦੇ, ਉਹ ਤੇਰਾ ਗੂੜੇ ਰੰਗ ਦੇ ਕੱਪੜੇ ਹੋ ਗਏ। ਮੈਂ ਫਿਰ ਬੇਨਤੀ ਕਰ ਰਿਹਾ, ਇੱਥੇ ਆਤਮਾ ਦੇ ਕੱਪੜਿਆਂ ਦੀ ਗੱਲ ਹੋ ਰਹੀ ਹੈ। ਬੇਸ਼ੱਕ ਬਾਹਰਲੇ ਕੱਪੜੇ ਹੈ, ਲੇਕਿਨ ਮਹਾਰਾਜ ਨੇ ਬਾਹਰਲੀਆਂ ਉਦਾਹਰਨਾਂ ਨੂੰ ਲੈ ਕੇ ਸਾਡੀ ਆਤਮਾ ਤੇ ਟੁਕਾਈਆਂ। ਰੱਤਾ ਸੇਤੀ ਮਨ ਰੱਤਾ, ਸੁਪੇਦੀ ਸਤਦਾਨ, ਸੁਪੇਦੀ ਦਾ ਅਖਰੀ ਅਰਥ ਹੈ ਸਫੇਦ ਰੰਗ। ਕਹਿੰਦੇ ਸਫੇਦ ਰੰਗ ਦੇ ਕੱਪੜੇ ਪਾਉਣ ਦਾ ਤੇਰਾ ਦਿਲ ਕਰਦਾ, ਮਹਾਰਾਜ ਕਹਿੰਦੇ ਸਤਦਾਨ, ਮਹਾਰਾਜ ਕਹਿੰਦੇ ਦਾਨੀ ਬਣ ਜਾ, ਸਤ ਦਾ ਦਾਨੀ ਬਣ ਜਾ, ਤੇ ਤੇਰਾ ਚਿੱਟੇ ਰੰਗ ਦਾ ਕੱਪੜਾ ਤੇਰੀ ਆਤਮਾ ਨੇ ਆਪਣੇ ਆਪ ਪਾ ਲਿਆ। ਰੱਤਾ ਸੇਤੀ ਮਨ ਰੱਤਾ, ਸੁਪੇਦੀ ਸਤਦਾਨ ਨੀਲੀ, ਇੱਥੇ ਥੋੜਾ ਵਿਸ਼ਰਾਮ ਦੇਣਾ, ਨੀਲੀ ਸ਼ਬਦ ਤੇ, ਨੀਲੀ ਸਿਆਹੀ ਕਦਾ ਕਰਨੀ। ਜੇ ਤੇਰਾ ਨੀਲੇ ਰੰਗ ਦਾ ਚੋਲਾ ਪਾਉਣ ਦਾ, ਕੱਪੜੇ ਪਾਉਣ ਦਾ ਦਿਲ ਕਰਦਾ ਨਾ, ਰੰਗ ਪਾਉਣ ਦਾ ਦਿਲ ਕਰਦਾ, ਨੀਲੀ ਸਿਆਹੀ ਕਦਾ ਕਰਨੀ, ਕਹਿੰਦੇ ਮਨ ਦੀ ਮੈਲ ਉਤਾਰ ਦੇ, ਇਹ ਤੇਰਾ ਨੀਲਾ ਰੰਗ ਹੀ ਹੋ ਗਿਆ। ਹੁਣ ਦੇਖੋ ਲਾਲ ਰੰਗ ਵੀ ਪਾਇਆ ਹੋਵੇ ਤੇ ਅੰਦਰ ਮੈਲ ਹੋਵੇ, ਕਿਉਂਕਿ ਲਾਲ ਰੰਗ ਪੂਰਨ ਪੁਰਖ ਵਿਧਾਤਾ। ਲਾਲ ਰੰਗ ਤਿਸਕਊ ਲੱਗਾ ਜਿਸਕੇ, ਇਹ ਆਤਮਾ ਦੇ ਰੰਗ ਦੀ ਗੱਲ ਹੈ, ਬਾਹਰਲਾ ਰੰਗ ਨਹੀਂ ਹੈ। ਲਾਲ ਰੰਗ ਤਿਸਕਊ ਲੱਗਾ ਜਿਸਕੇ ਵਡ ਭਾਗਾ, ਮੈਲਾ ਕਦੇ ਨਾ ਹੋਵੀ ਈ ਨੈ ਲਾਗੇ ਦਾਗਾ। ਮਹਾਰਾਜ ਕਹਿੰਦੇ ਲਾਲ ਰੰਗ ਪੂਰਨ ਪੁਰਖ ਵਿਧਾਤਾ, ਪਰਮਾਤਮਾ ਦਾ ਰੰਗ ਹੈ ਲਾਲ। ਔਰ ਤੁਸੀਂ ਕਦੀ ਦੇਖੋ ਪੁਰਾਤਨ ਸਮੇਂ ਦੇ ਵਿੱਚ, ਹੁਣ ਤੇ ਸਾਡੀਆਂ ਬੱਚੀਆਂ ਦਾ ਉਹਨਾਂ ਨੇ ਬਦਲ ਹੀ ਸਭ ਕੁਝ ਲਿਆ, ਅਸੀਂ ਸਾਰਾ ਕੁਝ ਆਪ ਬਦਲ ਲਿਆ। ਪੁਰਾਤਨ ਸਮੇਂ ਦੇ ਵਿੱਚ ਜਦੋਂ ਬੱਚੀਆਂ ਦੇ ਆਨੰਦ ਕਾਰਜ ਹੁੰਦੇ ਸੀ, ਲਾਲ ਰੰਗ ਦਾ ਕੱਪੜਾ, ਉਹਨੂੰ ਸੂਟ ਜਿਹੜਾ
ਪਵਾਉਂਦੇ ਸੀਗੇ, क्योंकि लाल रंग मिलाप की निशानी मनी गई है। लाल रंग क्या कहना, लाल रंग पूर्ण पुरख विधाता, लाल रंग परमात्मा का मनिया गया। महाराज कहते हैं रता सेती मन रता सुपेदी सतदान, नीली स्याही कदा करनी, नीली स्याही कदा करनी, नीली ते विश्राम, नीली स्याही कदा करनी, पहरन पैर ध्यान। ते जे तेरा नीले रंग का चोला पाउण नूं दिल करदा ना, महाराज कहंदे मन की मैल नूं उतार दे ते पहरन पैर ध्यान, ते परमात्मा दे ध्यान दे विच अपना चित्त ला दे। मैं कहना महाराज ने सानू बाहरलियां उदाहरणां दे के समझाया अंतर। एक होर मैं तैनूं उदाहरण दियां बाहरली, साडा मिठा खाण नूं दिल करदा, नमकीन वालियां चीज़ां खाण नूं दिल करदा, साडा मसाले वालियां खाण नूं दिल करदा। ਉਹ ਪੁੱਛੀਏ महाराज नूं, महाराज ਇਹ ਤੇ तन ਦੀ खुराक है, सानू आत्मा की खुराक भी दसो। ये सारा गुरु ग्रंथ साहिब गुरु नानक साहब का बचन मैं लै रहा। महाराज कहते सब रस मिठे मन्निया, जे तेरा मिठा खाण नूं दिल करदा, आत्मा की खुराक। तो मैं इत्थे कहना हुन्ना भी 4 पौड़ियां मन्निया दियां ध्यान नाल पढ़ लै, तेरा मिठा खाना हो गया। जां गुरु दे बचनां नूं मन लै, वो तेरा मिठा खाना हो गया। सब रस मिठे मन्निया, सुनिया सालोने, सुनिया सालोने, सालोने मैंने नमक वाणिया। सलूना शब्द साडी भाषा चों हुण निकल गया। पहलां लूण वालियां चीज़ां नूं कहिंदे सीगे सलूना, जिहड़ियां लूण तो रह सीगियां उहनूं कहिंदे सी अलूणा, जिह च लूण नहीं हैगा। साडा बहुत सारा विरसा जिहड़ा ना, आ मेरे सामने 2-4 बजुर्ग बैठे है, मैं इन्हां नूं बेनती करना चाहुंदा, तुसीं ना अज तो ही एक कापी पेंसिल फड़ लो ते जिहड़े पुरातन शब्द इस्तेमाल कीते जांदे सी उहनां नूं लिखना शुरू कर दो, तां जो आउण वाली पीढ़ी दे कोल वो खजाना रह जावे। क्योंकि गुरु ग्रंथ साहिब जी महाराज विच ये पुरातन जिहड़े शब्द है वो वरते गए हैं, जिहड़े अज दी साडी बोली दे विचों अलोप हो रहे हैं। महाराज कहंदे सब रस मिठे मन्निया, सुनिया सालोने, खट तुरसी, खट्टियां चीज़ां, खट तुरसी मुख बोलना। जे खट्टियां चीज़ां खाण नूं दिल करदा ते महाराज कहंदे जपजी साहब दा गुटका पढ़ ते जबान तो बाणी पढ़नी शुरू कर दे। सब रस मिठे मन्निया, सुनिया सलोने, खट तुरसी मुख बोलना, मारन नाद किए। जे मसालियां वालियां चीज़ां खाण नूं दिल करदा ते महाराज कहंदे वाजा फड़ ते गुरु दा कीर्तन करना शुरू कर दे। जे करना नहीं आउंदा ते सुनना शुरू कर दे। देखो दोनों तरीके, जे करना नहीं आउंदा ते सुनना शुरू कर दे। मेरे कहण तो भाव ये सारियां चीज़ां महाराज दियां बाहरलियां, लेकिन महाराज ने ढुकाइयां साडी आत्मा दे उपर। फिर महाराज कहंदे 36 अमृत भाओ एक, 36 प्रकार दे भोजन खाण नूं तेरा दिल करदा, उस एक दे नाल प्यार दे विच रत्या जा। महाराज कहंदे तेरी आत्मा दी इहो कहंदे खुराक है। फिर दोबारा शब्द सब रस मिठे मन्निया, सुनिया सालोने, खट तुरसी मुख बोलना, मारन नाद किए। 36 अमृत भाओ एक, जाको नदर करे बाबा होर खाना खुशी खुआर। अगली पंक्ति आव है, असी आ पंक्ति याद कर ली, होर खाना खुशी खुआर, जित खादे तन पीड़िए। वो केड़ा खाना सी, वो उपर मारे दस्सिया सानू, वो उपरलियां पंक्तियां में, जित खादे तन पीड़िए, मन में चले विकार, मन में चले विकार। मैं बेनती कर रहा सीगा, धनी विहूणा पाठ पटंबर पाही सेती जाले। एक होर जी प्रमाण पाठ पटंबर दा, ये पाठ पटंबर कल्ले साडे कपड़े नहीं, महाराज कहंदे है मोती तां मंदिर उसरे, ये भी तां एक शिंगार है घर नूं, ये शिंगार घर बनाउणा वधिया। मोती तां मंदिर उसर है, रतनीता होए जड़ाऊं, कस्तूर कुंगू अगर चंदन लीप आवे चाओ। अगलियां पंक्तियां जी, मत देख, मत देख। हाँ, पहला उपरले दी आपां अर्थ कर दईए। मोती तां मंदिर उसरै, रतनीता होए जड़ाऊ। ये सिख चाहुंदा कि मेरा घर इदां दा होवे, इट्टां दा ना होवे, मोती लगे होण, रतनीता होए जड़ाऊ, कस्तूर कुंगू अगर। अगर शब्द की है जी, अगर नूं बाकी तुहानूं पता है शब्दां दा, लेकिन अगर शब्द की है, अगर शब्द फारसी भाषा दे विच इहनूं ऊद कहा गया, ऊड़े नूं 2 लावां दद्दा ऊद, ठीक है जी। ऊद असाम दे विच पाया जाण वाला एक दरख्त है जी। उस दरख्त दे विच गंढां हुंदियां जी,
उन्हां गंढां दे विचों सुगंधी वाला पदार्थ निकलदा जी। वो सुगंधी वाला पदार्थ आपां उह चों कढदे हैं, मुड़ के उस दरख्त नूं सुकाउने हैं। उस दरख्त की जिहड़ी छिल्लड़ है वो बाद विच अगरबत्तियां बनाउण दे काम आउंदी है। यह है अगर। असम की धरती ते पाया जाण वाला दरख्त, तुसी किते गूगल ते सर्च करियो ते शब्द पायो अगर, ते यू विल गैट ईच एंड एवरीथिंग, तुहानूं सब कुछ मिल जाएगा उहदे विच कि अगर की है। महाराज कहंदे है कि तू कह रहा मेरे घर दे विच कस्तूर कुंगू अगर चंदन लीप आवे चाओ, ये सारे ही सुगंधियां वाले पदार्थ मेरे घर च होण। पर महाराज कहंदे मत देख भूला, मत देख भूला। तीन च गल्लां, पहला है भूला, मत देख भूला विसरे तेरा चित ना आवे। इत्थे रुकांगा मैं। इंसान नूं पुछिए तू अज नितनेम कीता? नहीं यार मैं बड़ा काहली विच सीगा, शाम नूं याद भुल गया। पहला इत्थों साडा बेड़ा गरकना शुरू होया। पहला है जी भूला, मत देख भूला। फिर जेड़ा भुलिया होया सी ना, वो भुले दी आदत इन्नी पक जाती है कि वह विसरन तक पहुंच जाता। वो विसर गया उन्होंने, फिर बस काम दे विच सवेरे ड्यूटियां शामी ड्यूटियां आ ते भुल गया उन्होंने। मत देख भूला विसरै। फिर तीजी थां ते पूरा ही साडा बेड़ा गर्क हुंदा। महाराज कहंदे चित ना आवे, चित ना आवे। ये तीन अवस्था वखरियां वखरियां जी। मत देख भूला, पहला भूला है, फिर विसरे है, तीजा है चित ना आवे। नाओ नाम ओदे चित दे विचों विसर ही जांदा। ते जदों असीं विसरन की गल करते हैं ना, तो रोज़ पढ़ते हैं आखां जीवां विसरै मर जाऊं, आखां जीवां विसरै मर जाऊं। महाराज फरमाउंदे मोती तां मंदिर उसरै, रतनीता होए जड़ाऊं, कस्तूर कुंगू अगर चंदन लीप आवे चाओ, मत देख भूला विसरै तेरा चित ना आवे। नाओ धनी विहूना पाठ पटंबर, खसम तो बगैर, खसम तो बगैर। महाराज कहंदे है जिनके चोले रतड़े प्यारे, आपां शब्द लिया सी ए तन माया पाहिया प्यारे, लीतड़ा लब रंगाए, मेरे कंत ना भावे चोलड़ा प्यारे, क्यों धन सेजै नहीं आउणा उन्हें। एक ते माया ते दूजा लालच। ए तन माया पाहिया प्यारे, पाहिया सब समझदे हो? पाहिया पुरातन समय दे विच रंग करन वास्ते कपड़ियां नूं फटकड़ी दे पानी दे विच डोबिया जांदा सी, ललारी, ते फिर उह च रंग पाउंदे सी, उहदी पाह चढ़ाई जांदी सीगी तां जो वो रंग जिहड़ा उतरे ना। महाराज कहंदे ए तन माया पाहिया प्यारे, लीतड़ा लब। मैं बेनती करा, मैं उही बेनती कीती पहलां कि कुछ साडे गुरु ग्रंथ साहिब विच ऐसे प्रतीक है जिन्हां दी जिहड़े साडे अजकल दी बोली विच इस्तेमाल नहीं हो रहे, वो गुरु ग्रंथ साहिब विच महाराज ने वरते हुए है। हुण असीं जे कवांगे जिथे डिठा मृतको इल्ब हिठी आए, अजकल के बच्चों को इल नहीं पता ना देखी है, वह असी फिर की करांगे? जां असी बचन पढ़ते हैं ऊडे ऊड आवे सै कोसा, वो जड़ियां कूंजां कित्थों लभांगे असी? हुण ये सानू प्रतीकां दे वास्ते कुछ ना कुछ ऐसे काम करने पैने हैं तां जो साडी नौजवान जिहड़ी पीढ़ी है ना, वो इन्हां दे नाल जिहड़ी है वो जुड़ी रह सके। मैं जिहड़ी बेनती कर रहा सीगा, महाराज कहंदे ए तन माया पाहिया प्यारे, लीतड़ा लब रंगाए, मेरे कंत ना भावे चोलड़ा प्यारे, क्यों तन सेजै जाए, क्यों तन सेजे जाए। धनी विहूना पाठ पटंबर, आ जिहड़े तू शिंगार कीते है ना, जिन्नी देर तक, हाँ अगे चलीए हुण अगे होर लईए प्रमाण। साध संगत जी शिंगार माड़े नहीं हन, गुरु ग्रंथ साहब जी ये भी कहते हैं, परंतु महाराज कहते हैं जे तेरे शिंगारां दे विच परिपूर्ण परमात्मा की याद है ना, तो फिर महाराज कहते हैं ये परमात्मा की दरगाह ते प्रवान है। आ गल ये ना हो कि बाबा जी कह गए जी शिंगार करना ही नहीं हैगा। मैं ये बेनती कर रहा, शिंगार करना तां प्रवान है जेकर साडे चित्त दे विच वो परिपूर्ण परमात्मा जिहड़ा आके वसदा है। महाराज कहंदे धनी विहूना पाठ पटंबर, पाही सेती जाले, वो अग दे विच जीव इस्त्री जिहड़े सड़दे पे है अग दे विच। साध संगत जी गुरु नानक देव जी महाराज, हाऊं हरबन जियो जल बल जाऊं, हाऊं हर बिन जियो
जल बल जाऊं, मैं अपना गुर पूछ देखिया, अवर नाही ठाऊं। हरि तो बगैर असी सड़दे पे हैं। ते महाराज कहंदे है, नानक तिना बसंत है, जिनकर वसिया कंत, जिनके कंत दिसापुरी से अहनस फिरे। ਅਸੀਂ ਬਾਹਰਲੀਆਂ ਬਸੰਤਾਂ ਲੱਭਦੇ ਪਏ ਹਾਂ, ਮਹਾਰਾਜ ਅੰਦਰ ਦੀ ਬਸੰਤ ਦੀ ਗੱਲ ਕਰਦੇ ਪਏ ਆ। ਮਹਾਰਾਜ ਕਹਿੰਦੇ ਜੇ ਤੇਰਾ ਖਸਮ ਤੇਰੇ ਹਿਰਦੇ ਤੇ ਹੈ, ਇੱਕ ਹੋਰ ਪ੍ਰਮਾਣ ਦੇ ਦਿਆਂ, ਨੈਣ ਸਲੋਣੀ ਸੁੰਦਰ ਨਾਰੀ ਖੋੜ ਸਿੰਗਾਰ ਕਰੇ ਅਤ ਪਿਆਰੀ, ਬਿਨ ਜਗਦੀਸ਼ ਭਜੇ ਨਿਤ ਖੁਆਰੀ। ਨੈਣ ਸਲੋਣੀ ਸੁੰਦਰ ਨਾਰੀ ਖੋੜ ਸਿੰਗਾਰ ਕਰੇ ਅਤ ਪਿਆਰੀ। महाराज कहते देखदी बड़ी सोहनी है, देखदी बड़ी सोहनी है, नैन सलोनी सुंदर नारी खोड़ सिगार करे अत प्यारी। पर महाराज कहते बिन जगदीश, परमात्मा लागे नहीं है, बिन जगदीश भजे नित खुआरी। वो खुआर हो रही है, जिन्हों महाराज कहते हर बिसरत सदा खुआरी। ताकू धोखा कहाँ ब्यापे जाकू ओट। मैं बेनती कर रहा सी भाही सेती जाले। गुरु नानक देव जी कहते हैं, सिखा तेरे अंदर 4 नदियां अग दियां वगदियां पईयां, 4 नदियां अग दियां। पहला एक प्रमाण ले लीए क्यों असी जलदे पे हैं, क्यों अंदर अग है। महाराज कहते हैं जियो तपत है बारो बार, अंदरों सड़दे पे, साडा हिरदा सड़दा पिया। जियो तपत है बारो बार, तप तप खपे बहुत बेकार, जैतन बाणी बिसर जाए, ज्यों पक्का रोगी, ज्यों पक्का रोगी बिल लाए। ज्यों पक्का तां असी सड़दे पे हैं क्योंकि असी बाणी तो टुटे हुए हैं। महाराज कहते तेरे अंदर 4 नदियां अग दियां। ते मैं कहना होना एक नदी होवे ते फटाफट पानी पा के बुझा दिए, 4 दा बंदा की इंतजाम करे। हंस हेत लोभ कोप, ये 4 नदियां जी। हंस का आखरी अर्थ है हिंसा करनी, हेत का आखरी अर्थ है गुआंढियां दे बच्चियां नूं दुश्मन समझना ते अपने बच्चियां नूं ही सब कुछ समझना। हेत ये माड़ा वै। हंस हेत लोभ, लोभ का आखरी अर्थ है लालच, ते कोप का आखरी अर्थ है गुस्सा। महाराज कहते हैं हंस हेत लोभ कोप, 4 नदियां अग, पवे दजे नानका, पवे दजे नानका, तरिया करमी लग। जे किते गुरु की बख्शिश हो जावे ते इन्हां 4 नदियां तो तू बच के उस परमात्मा दे घर जा सकदा, जे ओदी बख्शिश हो जावे। हंस हेत लोभ कोप, 4 नदियां अग, पवे दजे नानका, तरिया करमी लग। अपन जदों शुरुआत कीती सी ना धनी विहूणा दे, मैं ये भी अर्थ कीते सी बख्शिश तो बगैर। एक प्रमाण दे दियां बख्शिश तो बगैर। तुसी पढ़ते हो रोजाना जपजी साहिब है ना, उस पंक्ति आउंदी है जी, जे जुग चारे आरजा। हुण बंदा कहंदा कि मेरी उम्र इन्नी लंबी हो जाए, किहदा दिल करदा जी मरन नूं, किहदा दिल करदा। तुसी बैठे हो, मैं बैठा, पर सारे कहने ना ना हल्ले ते मैं बहुत कुछ करना ना। जे जुग चारे आरजा होर दसूनी होए, होर वध जावे। महाराज कहते नवां खंडां विच जानी है, नाल चले सब कोए। तेरा नाम जिहड़ा 9 खंडां विच चलदा होवे, नाल चले सब कोए। तू घर तो पैर बाद विच बाहर पाया ते गड्डियां लाल बत्तियां ते नीली बत्ती वालियां पहलां तेरे घर दे बूहे ते खड़ियां होण। महाराज कहते जे जुग चारे आरजा होर दसूनी होए, नवां खंडां विच जाणीए, नाल चले सब कोए। चंगा नाउ रखाए कै जस कीरत जग ले, जे तिस नदर न आवी। जे ओदी बख्शिश ना होई धनी भी होना, जे ओदी नदर नहीं होई, जे तिस नदर न आवी, तां बात ना पुछे के फिर तेरे हालात की है। कीटा अंदर कीट कर, तू गंदी नाली दा गंदे तो गंदा कीड़ा। ये अर्थ कीते विद्वानां ने। इन्ना कुछ होने के बावजूद ओदी बख्शिश तो भी होना रह गया, धनी भी होना। एक होर बचन ले लीए आपां जी। तुसी जपजी साहब पढ़ते हो, वैसे मैं शुरुआत इत्थों करनी सी, पर मैं श्लोक जे लए होए उन्हां दे नाल असीं एक बचन पढ़दे हां जपजी साहब की पहली पौड़ी विच। किव सचियारा होई है, किव कूड़े टुटे। इहदा जवाब महाराज ने अगे जाके 38 पौड़ी विच। सचियार बनन दे महाराज ने 7 गुण दस्से आ जी।
38ਵੀਂ पौड़ी पढ़ो। जत पहारा, जत पहारा शब्द है, पहारा नहीं है, पप्पे लगा होया कन्ना। जत पहारा धीरज सुनियार, अहरण मत वेद हथियार, भाओ खला अगन तपताओ, भांडा भाओ अमृत ढाल, घड़िया शब्द सची टकसाल। फिर महाराज कहते जिन कौ नदर करम तिनकार नानक नदरी। तो मैं बेनती करता हूँ ना, जी तुसीं गुरुद्वारे आए हो ना, तुसीं अपनी मर्जी नाल नहीं आए, उहदी बख्शिश है। तुहाडे कन्नां दे विच रात नूं आवाज़ां पईयां, चौथा पैर होण तो पहलां गुरु ग्रंथ साहब जी कहंदे आ, पिछों राती सदड़ा, पिछल रात, पिछों राती सदड़ा, नाम खसम का ले। चल कहंदे सवेरे कहंदे गुरुद्वारे जाके नाम लै अपने खसम दा। कहंदे पिछों राती सदड़ा, गुरु नानक साहब का बचन है जी, पिछों राती सदड़ा नाम खसम का ले, खेमे छत्र सराय चे दिसन रथ पीड़े, जिन्नी तेरा नाम ते आया तिन को सद। फिर महाराज कहंदे है, पुत तू नाम लिया ना, हुण तू उठ खड़ा हो, अरदास कर, मैं तेरे वास्ते आ चीज़ां रखियां, ये तेनू मैं आवाज मार के दिना। पिछों राती सदड़ा नाम खसम का ले, खेमे छत्र सराय चे दिसन रथ पीड़े। इन्हां दे रथ मैं भर के रखे हुए आ तेरे वास्ते। खेमे रथ सराय चे दिसन रथ पीड़े, जिन्नी तेरा नाम ते आया तिन को सद। तिन्हां नूं परमात्मा आवाज मार के दिंदा। ते मैं एक होर बेनती करा, नदर करे तां सिमरिया, नदर करे तां सिमरिया जाए। क्या हंस क्या बगुला जाको नदर करे, जो तिस भावे नानका कागो हंस। ये ओदी बख्शिश है जी। ते फिर महाराज कहंदे आपे सद बहाले आपे, ये ओदी बख्शिश है जी। आप ही आवाज मार के बिठांदा, आपे सद बहाले आपे, आपे विदा करावे, आपे विदा, आप ही कहंदा जा हुण तेरा काम हो गया, जो तू जिन्ना क नाम जपना सी जप लिया, जाके हुण अपने बच्चों वास्ते काम कर। ये ओदी बख्शिश तो बगैर कुछ नहीं है जी। मैं बेनती कर रहा सी, जत पहारा इहदे आपां अर्थ कर लईए। इस वारी दास नूं विसाखी ते आस्ट्रेलिया जाण दा मौका मिलिया। उत्थे मैनूं भाई साहब ने कहा, कहंदे भाई साहब जी अमृत संचार हैगा ते तुसीं कोई विशा इदां दा छेड़ो भी प्राणी जिहड़े आ इस पासे तैयार होण। उत्थे फिर मैं ये पौड़ी दे 6 दिन अर्थ कीते है जी। कल्ला कल्ला जत, जत दा आखरी अर्थ की है जी, इंद्रियां ते काबू पाउणा। ते मैं जत दे अर्थ करदा हुन्ना, देख पराइयां चंगियां, आ बड़ियां चंगियां मेरे सामने बैठियां है, पराइयां मेरा कोई रिश्ता नहीं है, पर महाराज कहंदे मावां भैणां धीआं जान, इन्हां चों मेरिया सिक्खा, मां भैण ते धी लभी, घर वाली तेरे घर बैठी हो सकती है। ठीक है जी, ये है जत, इंद्रियां ते काबू पाउणा। जत पहारा, पहारा यदि कहंदे दुकान बना, कहंदे जत पहारा धीरज। दूसरे गुण की महाराज गल करते हैं, एक धीरज, कहंदे अंदर हौसला रख, सब कुछ तेनू मिल जाएगा। क्योंकि परमात्मा ने ना जदों असी मां दे गर्भ च पैना सी ना, उदों ही सब कुछ पा दिता साडे खजाने च। असी पढ़ते हैं जो कुछ पाया सो एका, कतों असी फिर कतों असी लड़ाइयां झगड़ाइयां ते दौड़ भज सब कुछ अपने आप उस खजाने चों वो अपने आप निकली आनी चीज़ सानू मिल जानी है। जो कुछ पाया सो एका। महाराज कहंदे आ जत पहारा धीरज, धीरज रख, धीरज सुनियार। फिर महाराज कहंदे अहरण मत, अहरण शब्द समझदे हो? लोहार दे कोल एक चौरसी हुंदी सी, दातियां ये सारा कईयां वगैरह रंबे वगैरह तिखे करने वास्ते, ਉਹਦੇ ਤੇ सारी दिन बेचारा सट्टा मार मार के इन्होंने तिखे करता। वो अहरण ते कहती नहीं, शाम नूं कहती तू मैनू बड़ा कुटिया, मैं नहीं आना तेरे सवेरे, मैं किते सवेरे होर चली है। महाराज कहते तेरी मत इदां दी होवे, तेरी मत इदां दी होवे, जे दुख देहे तां तुझे आराधी, सुख भी तुझे धियाई, तन मन काट काट सब अर्पी, विच अग्नि आप आ है अहरण मत। ये नहीं कि घर में थोड़ा दुख आ गया तो आके उन्होंने लामे देते। मैं कहना हुन्ना गुरु गोबिंद सिंह दे परिवार दे नालों भी गुरु गोबिंद सिंह नूं ज़्यादा दुख हो सकता साडे परिवारां दे विच। बापू भी तोरता, माँ भी तोरती, साहबजादे भी तोरते, 3 प्यारे भी तोरते, 40 सिंह भी तोरते। ते मेरा कलगियां वाला माछीवाड़े विच बह के पता की कह रहा, मित्र प्यारे नूं
ਉਹਨੇ ਨਹੀਂ ਵਿਛਾਈਆਂ ਉੱਥੇ ਟਾਟ ਤੇ ਤਲਾਈਆਂ ਵਿਛਾਈਆਂ ਵੀ ਆ ਜਾਓ ਮੈਂ ਇੰਨੇ ਤੋਰ ਆਇਆ ਤੇ ਮੇਰੇ ਗਲੇ ਲਾ ਕੇ ਅਫਸੋਸ ਕਰੋ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ। ਇਹ ਤੋਂ ਵੱਧ ਦੁੱਖ ਤਾਂ ਸਾਡੇ ਘਰ ਵਿੱਚ ਨਹੀਂ ਆ ਸਕਦਾ, ਇਹ ਤੋਂ ਵੱਧ ਦੁੱਖ ਤਾਂ ਨਹੀਂ ਆ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਉੱਪਰੋਂ ਉਬਲਦੀ ਰੇਤਾ ਪਾਈ ਗਈ, ਉੱਪਰੋਂ ਉਬਲਦਾ ਪਾਣੀ ਪਾਇਆ ਗਿਆ ਤੇ ਮੇਰਾ ਗੁਰੂ ਅਰਜਨ ਦੇਵ ਜੀ ਕਹਿ ਰਿਹਾ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ, ਹਰ ਨਾਮ ਪਦਾਰਥ। ਇਹ ਪੰਕਤੀ ਤੁਸੀਂ ਆਪ ਪੜੋ, ਹਰ ਨਾਮ ਪਦਾਰਥ। ਅਸੀਂ ਏਸੀ ਗੱਡੀਆਂ ਦੇ ਵਿੱਚ ਬੈਠ ਕੇ ਵੀ ਉਹਦਾ ਨਾਮ ਨਹੀਂ ਮੰਗਦੇ ਪਏ, ਤੇ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬਹਿ ਕੇ। ਅਸੀਂ ਜਦੋਂ ਗੁਰਦੁਆਰੇ ਆਉਂਦੇ ਆ ਨਾ, ਮੇਰੀ ਇੱਕ ਬੇਨਤੀ ਸੁਣਿਓ, ਅਸੀਂ ਘਰ ਤੋਂ ਇਹ ਕਹਿੰਦੇ ਆ ਗੁਰਦੁਆਰੇ ਚੱਲੇ ਆ, ਇਹੋ ਕਹਿੰਦੇ ਨਾ, ਇਹ ਤਾਂ ਨਹੀਂ ਕਹਿੰਦੇ ਲੰਗਰ ਤੇ ਪਕੌੜੇ ਖਾਣ ਚੱਲੇ। ਕਿਸੇ ਦੀ ਜ਼ੁਬਾਨ ਤੇ ਇਹ ਨਹੀਂ ਹੁੰਦਾ ਕਿ ਆਉਂਦਾ ਸ਼ਬਦ ਇਹੋ ਹੀ ਹੁੰਦਾ ਨਾ। ਤੇ ਸਾਧ ਸੰਗਤ ਜੀ, ਗੁਰਦੁਆਰੇ ਜਾਣ ਲੱਗਿਆਂ ਗੁਰਦੁਆਰੇ ਵਰਗੀ ਭਾਵਨਾ ਬਣਾਈਏ। ਜਿੰਨੇ ਰਸਤੇ ਤੇ ਤੁਸੀਂ ਸਫ਼ਰ ਕਰਨਾ, ਸੰਤ ਅਤਰ ਸਿੰਘ ਮਸਤੂਆਣਾ ਵਾਲੇ ਕਿਆ ਕਰਦੇ ਸਨ, ਕਹਿੰਦੇ ਗੁਰਦੁਆਰੇ ਵੱਲ ਜਾਣ ਲੱਗਿਆਂ ਸਿੱਖਾ ਇੱਕ ਪੈਰ ਨਾਲ ਵਾਹੇ ਤੇ ਦੂਜੇ ਦੇ ਨਾਲ ਗੁਰੂ ਕਿਆ ਕਰ। ਇੱਕ ਪੈਰ ਨਾਲ ਵਾਹੇ ਤੇ ਦੂਜੇ ਦੇ ਨਾਲ, ਚਲੋ ਹੁਣ ਤੇ ਜੇ ਗੱਡੀਆਂ ਚਲਾਉਂਦੇ ਆ ਤੇ ਕੋਈ ਗੱਲ ਨਹੀਂ, ਪੈਰ ਤਾਂ ਸਾਡੇ ਫਿਰ ਚੱਲਦੇ ਆ, ਤੇ ਅਸੀਂ ਆਪਣੀ ਜ਼ੁਬਾਨ ਦੇ ਨਾਲ ਇੱਕ ਨਾਲ ਵਾਹੇ ਤੇ ਦੂਜੇ ਨਾਲ ਗੁਰੂ ਕਹੀਏ। ਵਾਹਿਗੁਰੂ ਕਰਦਿਆਂ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਮੱਥਾ ਟੇਕਣ ਲੱਗਿਆਂ ਇੱਕ ਅਰਦਾਸ ਕਰੀਏ, ਜਪ ਤਪ ਸੰਜਮ ਧਰਮ ਨਾ ਕਮਾਇਆ। ਤਿੰਨੋਂ ਚੀਜ਼ਾਂ ਸੀਗੀਆਂ ਗੁਰੂ ਸਾਹਿਬ ਕਮਾਉਣ ਵਾਲੀਆਂ, ਨਹੀਂ ਕਮਾਈਆਂ ਗਈਆਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਤੇ ਹੁਣ ਮੰਨੀਏ ਕਹੋ ਨਾਨਕ ਹਮ ਨੀਚ ਕਰਮਾ, ਤੇ ਮੱਥਾ ਟੇਕਣ ਲੱਗਿਆਂ ਕਹੀਏ ਸਰਨ ਭਰੇ ਕੀ ਰਾਖੋ। ਤੇ ਅਸੀਂ ਆਉਂਦੇ ਹਾਂ, ਦਿੱਤ ਤੇਰੇ ਦੀ 5 ਰੁਪਏ ਦਾ ਸੁੱਟਿਆ ਨੋਟ ਬੁੱਚ ਲੈ ਤੇ ਮੱਥਾ ਟੇਕਿਆ ਨਹੀਂ। 2 ਮਿੰਟ ਖੜੇ ਹੋ ਕੇ 1-2 ਮਿੰਟ ਅਰਦਾਸ ਕਰੋ। ਜੇ ਪਿੱਛੋਂ ਲੰਬੀ ਲਾਈਨ ਲੱਗੀ ਹੋਈ ਹੈ ਤੇ ਪਿੱਛੋਂ ਹੀ ਸ਼ਬਦ ਪੜ੍ਹਨੇ ਸ਼ੁਰੂ ਕਰ ਦਈਏ, ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀ ਰਤ ਕੀ, ਗੁਰੂ ਰਾਮਦਾਸ ਰਾਖੋ। ਮੈਂ ਤੇਰੇ ਮੱਥਾ ਟੇਕਣ ਲੱਗਾ, ਮੇਰੀ ਇੱਜ਼ਤ ਤੂੰ ਰੱਖਣੀ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਮੰਨੀਏ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹੋ ਨਾਨਕ ਹਮ ਨੀਚ ਕਰਮਾ। ਮੇਰੇ ਵਰਗੇ ਮਾੜੇ ਕਰਮ ਹੋਰ ਕਿਸੇ ਦੇ ਹੈ ਨਹੀਂ, ਨੀਚ ਕਰਮ ਮੈਂ ਕੀਤੇ ਹੋਏ ਆ। ਤੇ ਮੱਥਾ ਟੇਕਣ ਲੱਗੀ ਹੈ ਕਹੀਏ ਸਰਨ ਭਰੇ ਕੀ ਰਾਖੋ। ਸਰਮਾ ਮੈਂ ਬੇਨਤੀ ਕਰ ਰਿਹਾ ਸੀਗਾ, ਧਨੀ ਵਿਹੂਣਾ ਪਾਟ ਪਟੰਬਰ, ਪਾਹੀ ਸੇਤੀ ਜਾਲੇ, ਧੂੜੀ ਵਿੱਚ ਲੁੜੰਦੜੀ ਸੋਹਾ, ਨਾਨਕ ਤੈ ਸਹਿ। ਨਾਲੇ ਧੂੜੀ ਦਾ ਇੱਕ ਪ੍ਰਮਾਣ ਦੇ ਕੇ ਭਾਈ ਸਾਹਿਬ ਜੀ ਸਮਾਪਤੀ। ਧੂੜੀ ਦੇ ਅੱਖਰੀ ਅਰਥ ਆਪਾਂ ਕਰ ਲਈਏ ਨਿਮਰਤਾ ਅੰਦਰ ਦੀ, ਠੀਕ ਹੈ ਜੀ। ਤੇ ਇਹ ਮੈਂ ਬਾਬਾ ਫਰੀਦ ਦੇ ਸਲੋਕ ਨਾਲ ਇਹਨੂੰ ਮੈਂ ਸਿੱਧ ਕਰਾਂਗਾ, ਨਿਮਰਤਾ ਕਿੰਨੀ ਕੁ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਕੋ ਆਉਣ ਲੱਗਿਆ। ਬਾਬਾ ਫਰੀਦ ਜੀ ਦਾ ਸਲੋਕ ਹੈ ਜੀ, ਫਰੀਦਾ ਥਿਓ ਪਵਾਹੀ ਦੱਬ, ਜੇ ਸਾਈਂ ਲੋੜੇ ਸਭ, ਇੱਕ ਛਿਜੇ ਬਿਆ ਲਿਤਾੜੀਏ, ਤਾਂ ਸਾਈਂ ਦੇ ਦਰ ਵਾੜੀਏ। ਲਓ ਜੀ ਸਲੋਕ ਹੈ ਜੀ, ਦਰਿਆ ਦੇ ਕਿਨਾਰੇ ਤੇ ਉਗਦੀ ਹੈ ਦੱਬ। ਕੀ ਉਗਦੀ ਹੈ? ਹੁਣ ਬੱਚਿਆਂ ਨੂੰ ਦੱਬ ਨਹੀਂ ਪਤਾ, ਬੱਚਿਆਂ ਨੂੰ ਦੱਬ ਨਹੀਂ ਪਤਾ। ਮੈਂ ਤਾਂ ਹੀ ਬੇਨਤੀ ਕੀਤੀ ਹੈ, 400 ਸਾਡੇ ਸ਼ਬਦ ਹੈ ਤਕਰੀਬਨ ਵੋਕੈਬਲਰੀ ਦੇ, ਪੁਰਾਤਨ ਜਿਹੜੇ ਆ 400-500 ਹੋਣਗੇ। ਉਹਨਾਂ ਨੂੰ ਉਹ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਇਸਤੇਮਾਲ ਕੀਤੇ ਆ ਮਹਾਰਾਜ ਨੇ। ਉਹ ਤੁਹਾਨੂੰ ਲੋੜ ਹੈ ਇਸ ਵੇਲੇ ਉਹਦਾ ਕੋਈ ਤਿਆਰ ਕਰਨਾ, ਨਹੀਂ ਤੇ ਇਹ ਬੱਚੇ ਜਿਹੜੇ ਆ, ਮਾਫ ਕਰਨਾ ਜਿਹੜੀ ਗੱਲ ਕਹਿਣ ਲੱਗਾ, ਮੇਰੀ ਵੈਸੇ ਜ਼ਬਾਨ ਸੜ ਜਾਵੇ ਜਿਹੜੀ ਗੱਲ ਕਹਿਣ ਲੱਗਾ, ਇਹ ਬੱਚੇ ਕਿਤੇ ਬਾਗੀ ਨਾ ਹੋ ਜਾਣ। ਈਸਾਈਆਂ ਦਾ ਬਾਗੀ ਹੋਣ ਦਾ ਮਤਲਬ ਕੀ ਹੈ? ਕਿਉਂਕਿ ਜੋ ਕੁਝ ਬਾਈਬਲ 'ਚ ਲਿਖਿਆ ਉਹ ਉਹਨਾਂ ਨੂੰ ਅੱਜ ਨਹੀਂ ਮਿਲ ਰਿਹਾ, ਉਹ ਉਹਨਾਂ ਨੂੰ ਅੱਜ ਨਹੀਂ ਮਿਲ ਰਿਹਾ, ਉਹ ਤੋਂ ਬਾਗੀ ਹੋ ਚੁੱਕੇ ਆ। ਮੈਂ ਜਿਹੜੀ ਬੇਨਤੀ ਕਰ ਰਿਹਾ, ਦੱਬ ਪੁਰਾਤਨ ਸਮੇਂ ਜਿਹਨੂੰ ਆਪਾਂ ਕਾਈ ਕਹਿ ਲਈਏ ਜੀ, ਹਰੇ ਰੰਗ ਦੀ, ਇਹ ਉੱਗੀ ਹੁੰਦੀ ਸੀਗੀ ਦਰਿਆਵਾਂ ਦੇ
किनारे। ठीक है जी, आ मेरियां पुरातन मतावां, इन्हां नूं पता होएगा। हुण उस उहनूं जदों आपां वढदे आ ना, उहनूं वढण लग्गियां साडे हत्थां ते पੱਛ लग जांदे सीगे। पੱਛ समझदे हो, ਵੱਢੇ ਜਾਂਦੇ ਸੀ ਹੱਥ, ਖੂਨ ਨਿਕਲਦਾ ਸੀਗਾ। ਉਹਨੂੰ ਫਿਰ ਵੱਢ ਕੇ ਅਸੀਂ ਕੀ ਕਰਦੇ ਸੀ, ਸਾਡੇ ਪੁਰਾਤਨ ਜਿਹੜੇ ਬਜ਼ੁਰਗ ਸੀਗੇ ਉਹਨੂੰ ਰਸਤੇ ਦੇ ਵਿੱਚ ਵਿਛਾਉਂਦੇ ਸੀਗੇ, ਜਿਸ ਪਹਿੇ ਤੋਂ ਲੋਕਾਂ ਦਾ ਆਮ ਲਾਂਘਾ ਹੁੰਦਾ ਸੀ। ਹੁਣ ਉਹਦੇ ਉੱਪਰ ਗੱਡੇ ਵੀ ਲੰਘ ਰਹੇ ਆ, ਲੋਕੀ ਵੀ ਲੰਘ ਰਹੇ ਆ, ਸਾਈਕਲਾਂ ਵਾਲੇ ਵੀ ਲੰਘ ਰਹੇ ਆ, ਡੰਗਰ ਵੀ ਲੰਘ ਰਹੇ ਆ। 10 12 15 ਦਿਨ ਉਹਨੂੰ ਹੇਠਾਂ ਵਿਛਾਇਆ ਜਾਂਦਾ ਸੀਗਾ। ਉਹਦੀ ਜਿਹੜੀ ਆਕੜ ਸੀ ਉਹ ਸਾਰੀ ਭੰਨੀ ਜਾਂਦੀ ਸੀ, ਜਿਹਨੇ ਕਰਕੇ ਉਹਨੇ ਤੁਹਾਡੇ ਹੱਥ ਛਿੱਲੇ ਆ, ਉਹਦੀ ਆਪਣੀ ਆਕੜ ਉਹ ਸਾਰੀ ਸੁੱਕ ਗਈ ਤੇ ਸੁੱਕਣ ਤੋਂ ਬਾਅਦ ਉਹਦਾ ਰੰਗ ਜਿਹੜਾ ਸੀਗਾ ਉਹ ਪੀਲਾ ਹੋ ਗਿਆ। ਉਹਦੇ ਉੱਪਰੋਂ ਗੱਡੇ ਲੰਘੇ ਆ, 10 15 ਦਿਨ ਮਹੀਨਾ ਉਹਦੇ ਉੱਪਰੋਂ ਦੀ ਲੰਘੇ ਆ ਤੇ ਉਹਦੀ ਆਕੜ ਭੱਜ ਗਈ। ਫਿਰ ਜਿਹੜੇ ਰਹਿੰਦੇ ਮਾੜੇ ਮੋਟੇ ਉਹ 'ਚ ਸਵਾਹ ਸੀਗੇ, ਉਸ ਦੱਬ ਨੂੰ ਇਕੱਠਾ ਕੀਤਾ ਗਿਆ ਤੇ ਇੱਕ ਚਬੱਚੇ ਦੇ ਵਿੱਚ ਉਹਨੂੰ 4-5 ਦਿਨ ਲਈ ਡੋਬ ਦਿੱਤੀ ਗਈ, ਮਾਰਤੀ ਨੂੰ ਸਾਰੀ। ਨਿਮਰਤਾ ਆ ਗਈ ਨਾ, ਮਰ ਗਈ। ਕਿਉਂਕਿ ਜਦੋਂ ਬੰਦਾ ਮਰਦਾ ਨਿਮਰਤਾ ਹੀ ਉਦੋਂ ਆਉਂਦੀ ਹੈ। ਜਿੰਦਾ ਬੰਦਾ ਤੇ ਕਹਿੰਦਾ ਤੂੰ ਕੌਣ ਤੇ ਮੈਂ ਕੌਣ। ਬਾਬਾ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ ਜਿੰਦਾ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ, ਮੈਂ ਮਰ ਗਿਆ ਕਹਿੰਦੇ ਹੁਣ ਮੈਨੂੰ ਤੂੰ ਹੀ ਕਹਿੰਦੇ ਦਿਖਾਈ ਦੇਣਾ। ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਕਬੀਰ ਤੂੰ ਕਰਤਾ ਤੂੰ ਹੁਆ, ਮੁਝ में रहा ना हूँ, जब आपा पर का मिट गया जत देखूं तत। ਤੇ ਬਾਬਾ ਫਰੀਦ ਜੀ ਕਹਿੰਦੇ ਆ ਹੁਣ ਉਹਨੂੰ ਕੀ ਕੀਤਾ ਗਿਆ, ਉਹਨੂੰ ਨਾ 10 ਦਿਨ ਜਦੋਂ ਪਾਣੀ ਵਿੱਚ ਚਬੱਚੇ ਵਿੱਚ ਡੋਬੀ ਗਈ, ਫਿਰ ਉਹਨੂੰ ਬਾਹਰ ਕੱਢਿਆ ਗਿਆ, ਸੁਕਾਇਆ ਗਿਆ, ਫਿਰ ਉਹਨੂੰ ਸੀਤੀ ਗਈ ਜੀ। ਸੀ ਕੇ ਉਹਦੀ ਬਣਾਈ ਗਈ ਚਟਾਈ। ਉਹ ਚਟਾਈ ਜਿਹੜੀ ਸੀ ਵਿਛਾਈ ਗਈ ਧਰਮ ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਮੰਦਰਾਂ ਦੇ ਵਿੱਚ ਵਿਛਾਈ ਗਈ। ਵਿਛਾ ਕੇ ਸੰਗਤ ਆਉਂਦੀ ਹੈ, ਬਹਿੰਦੀ ਹੈ। ਕਈ ਭਾਵਨਾ ਵਾਲੇ ਪਤਾ ਕੀ ਕਰਦੇ ਆ, ਉਸ ਦੱਬ ਦੇ ਵਿੱਚ ਨਾ ਕਈਆਂ ਦੇ ਚਰਨਾਂ ਦੀ ਧੂੜ ਜਿਹੜੀ ਹੈ ਵਿੱਚ ਪੈ ਜਾਂਦੀ ਹੈ। ਉਹ ਜਦੋਂ ਮੱਥਾ ਟੇਕਦੇ ਆ ਤੇ ਥੱਲੇ ਉਹਨਾਂ ਨੂੰ ਧੂੜ ਦਿਖਾਈ ਦਿੰਦੀ ਹੈ। ਉਹ ਉਹਦੇ ਚੋਂ ਧੂੜ ਚੱਕ ਕੇ ਆਪਣੇ ਮੱਥੇ ਤੇ ਲਾਉਂਦੇ। ਦੇਖੋ ਉਹਦੀ ਦੱਬ ਕਿੱਥੋਂ ਚੱਲੀ ਹੈ ਤੇ ਕਿੱਥੇ ਜਾ ਕੇ ਪ੍ਰਵਾਨ ਹੋਈ ਹੈ। ਮਹਾਰਾਜ ਕਹਿੰਦੇ ਜੇ ਤੂੰ ਵੀ ਗੁਰੂ ਦੇ ਘਰ 'ਚ ਪ੍ਰਵਾਨ ਹੋਣਾ ਚਾਹੁੰਦਾ ਨਾ ਤੇ ਇੰਨੀ ਨਿਮਰਤਾ ਤੇਰੇ ਅੰਦਰ ਹੋਣੀ ਚਾਹੀਦੀ ਹੈ। ਫਰੀਦਾ ਥਿਓ ਪਵਾਹੀ ਦੱਬ, ਜੇ ਸਾਈਂ ਲੋੜੇ ਸਭ, ਜੇ ਖਸਮ ਨੂੰ ਤੂੰ ਚਾਹੁੰਦਾ ਕਿ ਮੈਂ ਖਸਮ ਨਾਲ ਮਿਲ ਜਾਵਾਂ। ਫਰੀਦਾ ਥਿਓ ਪਵਾਹੀ ਦੱਬ, ਜੇ ਸਾਈਂ ਲੋੜੇ ਸਭ, ਇੱਕ ਛਿੱਜੇ ਬਿਆ ਲਤਾੜੀਐ, ਇੱਕ ਛਿੱਜੇ ਬਿਆ ਲਤਾੜੀਐ, ਤਾਂ ਸਾਈਂ ਦੇ ਦਰ ਵਾੜੀਐ। ਉਹ ਦੱਬ ਵਰਗਾ ਹੋ ਜਾ, ਤੈਨੂੰ ਕੋਈ ਕੁੱਟੇ, ਤੈਨੂੰ ਕੋਈ ਮਾਰੇ, ਤੇਰੇ ਅੰਦਰ ਦਾ ਹੰਕਾਰ ਜਿਹੜਾ ਨਾ ਮਹਾਰਾਜ ਕਹਿੰਦੇ ਖਤਮ ਹੋ ਜਾਵੇ ਜੇ ਤੂੰ ਸਾਈਂ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦਾ। ਇੱਕ ਪ੍ਰਮਾਣ ਹੋਰ ਬਾਬਾ ਕਬੀਰ ਜੀ ਦਾ, ਪਤਾ ਗੱਲ ਕੀ ਹੈ, ਮੈਨੂੰ ਉਹਨਾਂ ਨੇ ਦਿੱਤਾ ਸੀ ਘੰਟਾ, ਤੇ ਉਹ ਫਿਰ ਉਸ ਹਿਸਾਬ ਨਾਲ, ਚਲੋ ਮੈਂ ਉਸ ਹਿਸਾਬ ਨਾਲ ਜਿਹੜੀ ਉਹ ਕਾਰਤੂਸ ਗੋਲੀਆਂ ਤੁਹਾਡੇ ਵਾਸਤੇ ਲੈ ਕੇ ਆ, ਜੇ ਬਾਕੀ ਲੈ ਗਿਆ ਤੇ ਉਹ ਮੇਰੇ ਨਾਲ ਹੀ ਚੱਲ ਜਾਣੀਆਂ। ਇੱਕ ਆਖਰੀ ਪ੍ਰਮਾਣ ਦੇ ਕੇ ਮੈਂ ਸੰਪਤਾ ਵੱਲ ਆਇਆ। ਜੋ ਤੋਹੇ ਸਾਧ ਭਰਮ ਕੀ, ਜੇ ਤੇਰੇ ਅੰਦਰ ਸੱਦਰ ਹੈ ਖਸਮ ਨੂੰ ਮਿਲਣ ਦੀ, ਜੋ ਤੋਹੇ ਸਾਧ ਭਰਮ ਕੀ, ਸੀਸ ਕਾਟ ਕਰ ਗੋਏ। ਸਿਰ ਵੱਢ ਕੇ ਕਹਿੰਦੇ ਇਹਨੂੰ ਗੇਂਦ ਬਣਾ ਦੇ, ਹੰਕਾਰ ਵਾਲਾ ਸਿਰ। ਜੋ ਤੋਹੇ ਸਾਧ ਭਰਮ ਕੀ, ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ, ਧੂੜੀ ਵਿੱਚ ਲੁੜੰਦੜੀ ਸੋਹਾਂ। ਤੂੰ ਫਿਰ ਇਸ ਨਿਮਰਤਾ ਦੇ ਵਿੱਚ, ਤੇਰੇ ਕੱਪੜੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ, ਜਿਨ ਪਟ ਅੰਦਰ ਰੇਸ਼ਮ ਹੈ ਲੇਕਿਨ ਬਾਹਰ ਕੱਪੜੇ ਪਾਏ ਹੋਏ ਹੈ। ਮਹਾਰਾਜ ਸੋਹਣੇ ਕੱਪੜੇ, ਪਾਟੇ ਕੱਪੜੇ ਪਾਏ ਹੈ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੋਂ ਲੱਗਾ ਰੱਬ ਸੇਤੀ, ਤਿਨ ਨੇਹੋਂ ਲੱਗਾ ਰੱਬ ਸੇਤੀ। ਦੇਖਨੇ ਵਿਚਾਰ, ਮਹਾਰਾਜ ਕਹਿੰਦੇ ਧੂੜੀ ਵਿੱਚ ਲੁੜੰਦੜੀ ਸੋਹਾ, ਮੈਂ ਨਿਮਰਤਾ ਦੇ ਨਾਲ ਉਹਦੇ ਨਾਲ ਲੇਟਦੀ ਪਈ ਹਾਂ, ਲਿਪਟੀ ਪਈ ਹਾਂ, ਧੂੜੀ ਵਿੱਚ ਲੁੜੰਦੀ ਔਰ ਸੋਹਾ ਸੋਹਣੀ ਲੱਗਦੀ ਪਈਆਂ। ਨਾਨਕ ਤੈਸੈ ਨਾਲੇ, ਜੇ ਮੇਰਾ ਖਸਮ ਮੇਰੇ ਨਾਲ ਹੈ ਨਾ। ਹਿੰਦੂ ਧਰਮ ਦੇ ਵਿੱਚ ਇੱਕ ਰਿਵਾਜ ਹੈ, ਜਿਹੜੀਆਂ ਔਰਤਾਂ ਘਰੋਂ ਬਾਹਰ ਨਿਕਲਦੀਆਂ ਉਹ ਆਪਣੀ ਮਾਂਗ ਤੇ ਲਾਉਂਦੀਆਂ ਸਿੰਦੂਰ। ਸਿੰਦੂਰ ਦੀ ਨਿਸ਼ਾਨੀ ਕੀ ਹੈ ਜੀ, ਉਹ ਸੁਹਾਗਣਾ, ਉਹਨਾਂ ਦਾ ਖਸਮ ਜੀਂਦਾ, ਉਹਨਾਂ ਦਾ ਖਸਮ ਉਹਨਾਂ ਦੇ ਨਾਲ ਹੈ। ਹੁਣ ਅਗਲੀ ਗੱਲ, ਜੇ ਸਿੱਖ ਕੌਮ ਵੀ ਚਾਹੁੰਦੀ ਹੈ ਮੈਂ ਸੁਹਾਗਣ ਬਣਨਾ ਹੈ, ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ, ਜੇ ਸਿੱਖ ਕੌਮ ਚਾਹੁੰਦੀ ਹੈ ਸੁਹਾਗਣ ਬਣਨਾ, ਤੁਹਾਨੂੰ ਖੰਡੇ ਬਾਟੇ ਦੀ ਪੌਲ ਛਕਣੀ ਪਏਗੀ। ਜੇ ਤੁਹਾਡੇ ਗਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਹੈ ਤੇ ਲੋਕ ਕਹਿਣਗੇ ਇਹਦਾ ਖਸਮ ਇਹਦੇ ਸਿਰ ਦੇ ਉੱਤੇ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ।
ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ